ਪ੍ਰਕਾਸ਼ ਸਿੰਘ ਬਾਦਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਤਾਂ ਕਹਿ ਗਏ ਨੇ, ਪਰ ਆਪਣੇ ਪਿੱਛੇ ਯਾਦਾਂ ਦਾ ਖਜ਼ਾਨਾ ਜ਼ਰੂਰ ਛੱਡ ਗਏ ਨੇ। ਜਿਹੜੇ ਲੋਕਾਂ ਨੇ ਵੀ ਉਹਨਾਂ ਨਾਲ ਕੰਮ ਕੀਤਾ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ, ਉਹ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਨਹੀਂ ਸਕੇ। ਇੱਕ ਹੋਰ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਬਹੁਤ ਨੇੜਿਓਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤੱਕਿਆ, ਇੰਨੀ ਨੇੜਿਓਂ ਤੱਕਿਆ ਕਿ ਉਹਨਾਂ ਨੇ ਕਿਤਾਬ ਹੀ ਲਿਖ ਦਿੱਤੀ, ਨੇੜਿਓਂ ਤੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। जी हाँ, ਸਾਡੇ ਨਾਲ ਸਾਬਕਾ PCS ਅਫਸਰ ਮੌਜੂਦ ਨੇ ਔਰ ਸਾਬਕਾ ਚੇਅਰਮੈਨ ਵੀ ਰਹੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਦਾਰ ਢੋਲ ਸਾਹਿਬ, ਬਲਬੀਰ ਸਿੰਘ ਢੋਲ ਸਾਹਿਬ। ਬਹੁਤ ਬਹੁਤ ਸਵਾਗਤ ਹੈ ਢੋਲ ਸਾਹਿਬ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਕਿਉਂਕਿ ਢੋਲ ਸਾਹਿਬ ਬਾਰੇ ਅਕਸਰ ਹੀ ਆਪਾਂ ਪਹਿਲਾਂ ਜਦੋਂ ਡਿਬੇਟਸ ਮੈਂ ਕਰਦਾ ਰਿਹਾ, ਕਾਫੀ ਚਰਚਾਵਾਂ ਦੇ ਵਿੱਚ ਮੇਰੇ ਨਾਲ ਹਿੱਸਾ ਬਣੇ ਨੇ। ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ, ਬੇਬਾਕੀ ਦੇ ਨਾਲ ਜਿਹੜੀ ਵੀ ਗੱਲ ਹੁੰਦੀ ਹੈ ਉਹ ਕਰਦੇ ਨੇ। ਬਤੌਰ PCS ਅਫਸਰ, ਬਤੌਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸਿੱਧੀ ਗੱਲਬਾਤ ਵੀ ਇਹਨਾਂ ਦੀ ਹੁੰਦੀ ਰਹੀ ਹੈ। ਕੰਮ ਕਰਨ ਦੇ ਤਰੀਕਿਆਂ ਤੋਂ ਵੀ ਇਹ ਚੰਗੀ ਤਰ੍ਹਾਂ ਵਾਕਫ ਰਹੇ ਨੇ। ਇਸ ਕਰਕੇ ਹੀ ਇਹਨਾਂ ਨੇ ਉਹ ਕਿਤਾਬ ਲਿਖੀ ਹੈ। ਉਸ ਕਿਤਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਲਿਖੀਆਂ ਹੋਈਆਂ ਨੇ ਉਹਨਾਂ 'ਤੇ ਥੋੜ੍ਹਾ ਚਰਚਾ ਅਸੀਂ ਜ਼ਰੂਰ ਕਰਾਂਗੇ। ਢੋਲ ਸਾਹਿਬ, ਸਭ ਤੋਂ ਪਹਿਲਾਂ ਇਸ ਕਿਤਾਬ ਬਾਰੇ ਥੋੜ੍ਹਾ ਜਿਹਾ ਦੱਸੋ। ਕਿਤਾਬ ਲਿਖਣ ਦਾ ਤੁਹਾਡੇ ਮਨ ਦੇ ਵਿੱਚ ਕਦੋਂ ਆਇਆ ਜਾਂ ਕਿਉਂ ਲਿਖੀ ਗਈ ਤੁਹਾਡੇ ਵੱਲੋਂ ਇਹ ਕਿਤਾਬ? ਮੈਂ ਜਦੋਂ ਉਹਨਾਂ ਦੇ ਨਾਲ ਵਿਚਰਿਆ ਜਾਂ ਮੈਂ ਉਹਨਾਂ ਨੂੰ ਲੋਕਾਂ ਦੇ ਨਾਲ ਵਿਚਰਦਿਆਂ ਦੇਖਿਆ, ਮੇਰੇ ਮਨ ਦੇ ਵਿੱਚ ਬੜਾ ਉਹਨਾਂ ਦਾ ਡੂੰਘਾ ਪ੍ਰਭਾਵ ਸੀ ਜੀ। ਔਰ ਉਹ ਡੂੰਘਾ ਜਿਹੜਾ ਪ੍ਰਭਾਵ ਸੀਗਾ, ਅਤੇ ਕਰੋਨਾ ਦੇ ਦਿਨਾਂ ਦੇ ਵਿੱਚ ਮੈਨੂੰ ਥੋੜ੍ਹਾ ਸਮਾਂ ਮਿਲਿਆ। ਮੈਂ ਸੋਚਿਆ ਵੀ ਇਹ ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਬਾਤਾਂ ਤਾਂ ਇਸੇ ਤਰ੍ਹਾਂ ਹਵਾ 'ਚ ਹੀ ਰਹਿ ਜਾਣਗੀਆਂ, ਕਿਉਂ ਨਾ ਇਹਨਾਂ ਨੂੰ ਕਿਤੇ ਵਿਧੀਵਤ ਤਰੀਕੇ ਦੇ ਨਾਲ ਕਲਮਬੰਦ ਕੀਤਾ ਜਾਵੇ। ਤਾਂ ਇਹ ਮੇਰੇ ਮਨ ਦੇ ਵਿੱਚ ਉਸ ਉੱਚ ਸ਼ਖਸੀਅਤ ਬਾਰੇ ਲਿਖਣ ਦਾ। ਥੋੜ੍ਹਾ ਕਿਤਾਬ ਪਰ ਦਿਖਾ ਵੀ ਦਿਓ ਸਾਡੇ ਦਰਸ਼ਕਾਂ ਨੂੰ। ਇਹ ਕਿਤਾਬ ਹੈ ਜਿਹੜੀ ਇਹ ਢੋਲ ਸਾਹਿਬ ਵੱਲੋਂ ਕਿਤਾਬ ਲਿਖੀ ਗਈ ਹੈ, ਜਿਸ ਦੇ ਵਿੱਚ ਇਹਨਾਂ ਨੇ ਜਿਹੜਾ ਸ਼ੀਰਸ਼ਕ ਹੀ ਰੱਖਿਆ ਕਿਤਾਬ ਦਾ, ਉਹ ਲਿਖਿਆ ਨੇੜਿਓਂ ਤੱਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਕਿਹੜੀਆਂ ਗੱਲਾਂ ਤੋਂ ਇੰਨੇ ਪ੍ਰਭਾਵਿਤ ਹੋਏ, ਕਿਵੇਂ ਪ੍ਰਭਾਵਿਤ ਹੋਏ, ਇਸ ਬਾਰੇ ਆਪਾਂ ਚਰਚਾ ਕਰਾਂਗੇ। ਢੋਲ ਸਾਹਿਬ, ਜੇ ਮੈਂ ਤੁਹਾਡੀ ਕਿਤਾਬ ਦੀ ਤਰਤੀਬ ਦੇਖਦਾ ਤਾਂ ਤੀਜੇ ਨੰਬਰ 'ਤੇ ਬੋਲ ਬਾਣੀ ਅਤੇ ਸਮਾਂ ਸਾਰ ਨਹੀਂ ਆਉਂਦਾ ਕਿ ਉਹਨਾਂ ਦੀ ਬੋਲ ਬਾਣੀ ਤੋਂ ਤਾਂ ਲਗਭਗ ਸਾਰੇ ਹੀ ਜਿਹੜੇ ਨੇ ਉਹ ਪ੍ਰਭਾਵਿਤ ਸੀਗੇ। ਸਮਾਂ ਸਾਰ ਨਹੀਂ ਹੈ ਕਿ ਉਹ ਸਮੇਂ ਦੇ ਪਾਬੰਦ ਸੀ ਬਹੁਤ ਜ਼ਿਆਦਾ। ਮੈਂ ਜੇ ਇਸ ਦਾ ਜਿਹੜਾ ਸਿਰਲੇਖ ਹੈ ਨੇੜਿਓਂ ਤੱਕੇ, ਨੇੜਿਓਂ ਦਾ ਥੋੜ੍ਹਾ ਐਕਸਪਲੇਨ ਕਰਦਾ। ਨੇੜੇ ਦਾ ਮਤਲਬ ਇਹ ਹੈ ਵੀ ਇਹ ਕੋਈ ਥਰਡ ਪਾਰਟੀ ਇਨਫੋਰਮੇਸ਼ਨ ਨਹੀਂ ਹੈ। ਇਹ ਜਾਂ ਤਾਂ ਮੇਰੇ ਨਾਲ ਵਾਪਰੀਆਂ ਘਟਨਾਵਾਂ ਨੇ ਜਾਂ ਮੇਰੇ ਸਾਹਮਣੇ ਵਾਪਰੀਆਂ ਘਟਨਾਵਾਂ ਨੇ, ਇਸ ਕਰਕੇ ਇਸ ਦਾ ਨਾਂ ਨੇੜਿਓਂ ਤੱਕੇ ਲਿਖਿਆ ਹੈ। ਅਤੇ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਬੋਲਬਾਣੀ ਕਾਕਾ ਜੀ ਸਰਦਾਰ ਜੀ ਤੋਂ ਬਿਨਾਂ ਉਹ ਕਦੇ ਕਿਸੇ ਨਾਲ ਗੱਲ ਨਹੀਂ ਸੀ ਕਰਦੇ। ਸਮਾਂ ਸਾਰਨੀ ਦੀ ਜੇ ਹਰਪ੍ਰੀਤ ਦੀ ਗੱਲ ਕਰੀਏ ਤਾਂ ਬਹੁਤ ਖੂਬੀ, ਬਹੁਤ ਕਮਾਲ ਦੀ ਉਹ ਸੀ। ਮੈਂ ਨਹੀਂ ਕਦੇ ਦੇਖਿਆ ਉਹਨਾਂ ਨੂੰ ਉਹ ਕਦੇ ਕਿਸੇ ਫੰਕਸ਼ਨ ਦੇ ਵਿੱਚ ਜਾਂ ਕਿਸੇ ਮੀਟਿੰਗ ਦੇ ਵਿੱਚ ਲੇਟ ਹੋਏ ਹੋਣ। ਇਹ ਤਾਂ ਹੋ ਸਕਦਾ ਹੈ ਕਿ ਉਹ 5, 7, 10 ਮਿੰਟ ਪਹਿਲਾਂ ਪਹੁੰਚ ਗਏ ਹੋਣ, ਪਰ ਕਦੇ ਨਹੀਂ ਇਸ ਤਰ੍ਹਾਂ ਹੋਇਆ। ਸੋ ਇੱਕ ਬਹੁਤ ਵੱਡੀ ਗੱਲ ਸੀ ਜਿਹੜੀ ਮੈਨੂੰ ਲੱਗਦਾ ਸੀ ਵੀ ਕਿਉਂ ਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਂ ਸਾਡੇ ਸਮੇਂ ਦੇ ਵਿੱਚ ਵੀ ਇਹ ਚੀਜ਼ ਉਹਨਾਂ ਦੀ ਉਜਾਗਰ ਕੀਤੀ ਜਾਵੇ। ਕਿਉਂਕਿ ਮੈਂ ਸੋਚਦਾ ਸੀ ਵੀ ਇੱਕ ਬੰਦੇ ਦਾ 5 ਵਾਰ ਮੁੱਖ ਮੰਤਰੀ ਬਣਨਾ ਹੈ, ਜ਼ਰੂਰ ਉਹਦੇ ਪਿੱਛੇ ਕੁਛ ਨਾ ਕੁਛ ਗੁਣ ਹੋਣਗੇ। ਉਹ ਕਿਹੜੇ ਗੁਣ ਹੈ, ਮੈਂ ਕਿਉਂਕਿ ਆਪ ਐਜੂਕੇਸ਼ਨ ਨਾਲ ਮੇਰਾ ਲਗਾ ਰਿਹਾ ਹੈ, ਤੇ ਉਸ ਕਰਕੇ ਮੈਂ ਉਹ ਚੀਜ਼ਾਂ ਵਿੱਚੋਂ ਕੱਢਣਾ, ਇੱਕ ਤਰ੍ਹਾਂ ਦੀ ਖੋਜ ਕਰਨਾ ਚਾਹੁੰਦਾ ਸੀ ਵੀ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਨੇ ਉਹਨਾਂ ਨੂੰ ਇਸ ਬੁਲੰਦੀਆਂ ਦੇ ਉੱਤੇ ਪਹੁੰਚਾਇਆ। ਉਹਨਾਂ ਨੇ ਜਿਸ ਅਹੁਦੇ ਤੇ ਪਹੁੰਚ ਕੇ ਵੀ ਉੱਥੇ ਵੀ ਟਾਈਮ ਦਾ ਪਾਬੰਦ ਰਹਿਣਾ। ਮੈਂ ਲਾਸਟ ਟਾਈਮ ਡਿਬੇਟ ਕੀਤੀ, ਤੁਸੀਂ ਕਿਹਾ ਕਿ 5 ਮਿੰਟ ਪਹਿਲਾਂ ਹੀ ਪਹੁੰਚਦੇ ਸੀ, 5 ਮਿੰਟ ਬਾਅਦ ਨਹੀਂ ਪਹੁੰਚਦੇ ਸੀ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ। ਤੇ ਇੱਕ ਇਹਦੇ ਨਾਲ ਜੁੜਦੀ ਜਿਹੜੀ ਗੱਲ ਹੈ ਉਹ ਹੈ ਕਿ ਉਹ ਬਹੁਤ ਲੰਬਾ ਸਮਾਂ ਲਗਾਤਾਰ ਕੰਮ ਕਰ ਲੈਂਦੇ ਸੀ। ਮੈਨੂੰ ਯਾਦ ਹੈ ਇੱਕ ਵਾਕਿਆ ਜੋ ਮੈਂ ਇਹਦੇ 'ਚ ਵੀ ਦਰਜ ਕੀਤਾ ਕਿ ਅਸੀਂ ਸਵੇਰੇ 6 ਵਜੇ ਸੰਗਤ ਦਰਸ਼ਨ ਉੱਥੇ ਸ਼ੁਰੂ ਹੁੰਦੇ ਹੈ ਮੁਕਤਸਰ ਡਿਸਟ੍ਰਿਕਟ ਦੇ ਵਿੱਚ, ਔਰ 5 ਵਜੇ ਤੱਕ ਪਿੰਡਾਂ ਦੇ ਵਿੱਚ ਜਾ ਕੇ ਸੰਗਤ ਦਰਸ਼ਨ ਕਰਨੇ, ਔਰ ਹਰੇਕ ਪਿੰਡ ਇੱਕ ਤੋਂ ਦੂਜੇ ਦੇ ਵਿੱਚ ਵੀ ਸਮੇਂ 'ਤੇ ਪਹੁੰਚਣਾ। ਔਰ ਉਸ ਤੋਂ ਇਲਾਵਾ ਉਹ ਇਹ ਨਹੀਂ ਚੀਜ਼ ਕਰਦੇ ਕਿ ਜੇ ਕਿਸੇ ਪਿੰਡ ਦਾ ਸਮਾਂ ਹੈ ਉਹ ਕਿਸੇ ਹੋਰ ਬਾਹਰਲਾ ਬੰਦਾ ਆ ਕੇ ਉਹਨਾਂ ਦਾ ਸਮਾਂ ਖਰਾਬ ਕਰੇ। ਉਹਨਾਂ ਲਈ ਇਹ ਹਦਾਇਤ ਹੁੰਦੀ ਸੀ ਵੀ ਅਗਰ ਕੋਈ ਹੋਰ ਮਿਲਣਾ ਚਾਹੁੰਦਾ 5 ਵਜੇ ਤੋਂ ਬਾਅਦ ਬਾਦਲ ਪਿੰਡ ਦੇ ਵਿੱਚ ਜੋ ਬਿਰਧ ਆਸ਼ਰਮ ਹੈ ਉੱਥੇ ਅਕਸਰ ਉਹ ਮਿਲਦੇ ਸੀਗੇ। ਉਹਦੇ 2 ਰੀਜ਼ਨ ਸੀ ਉੱਥੇ ਮਿਲਣ ਦੇ। ਉਹਦਾ ਇੱਕ ਇਹ ਰੀਜ਼ਨ ਸੀ ਵੀ ਜਦੋਂ ਉੱਥੇ ਲੋਕੀ ਆਣਗੇ, ਚਹਿਲ ਪਹਿਲ ਹੋਏਗੀ, ਕਿ ਤਾਂ ਜਿਹੜੇ ਉੱਥੇ ਬਿਰਧ ਰਹਿੰਦੇ ਨੇ ਉਹਨਾਂ ਦਾ ਮਨ ਪਰਚਾਵਾ ਹੋ ਜਾਏਗਾ, ਦੂਜਾ ਉਹਨਾਂ ਦੇ ਲੋਕਾਂ ਦੇ ਕੰਮ ਹੋ ਜਾਣਗੇ। ਤੇ ਮੈਂ ਜਿਹੜੀ ਗੱਲ ਦੱਸ ਰਿਹਾ ਸੀ ਕਿ 5 ਵਜੇ ਤੋਂ ਬਾਅਦ ਉੱਥੇ ਫਿਰ ਇੱਕ ਤਰ੍ਹਾਂ ਦਾ ਸੰਗਤ ਦਰਸ਼ਨ ਸ਼ੁਰੂ ਹੋ ਜਾਂਦਾ ਹੈ। ਔਰ ਉਹ ਰਾਤ ਦੇ ਥੋੜਾ ਸੰਗਤ ਦਰਸ਼ਨ ਬਾਰੇ ਜ਼ਰੂਰ ਦੱਸੋ, ਕਿਉਂਕਿ ਬੜੇ ਸਾਰੇ ਲੋਕ ਕਹਿੰਦੇ ਸੀ ਕਿ ਸੰਗਤ ਦਰਸ਼ਨ 2 ਮਕਸਦ ਵਾਸਤੇ ਕੀਤਾ ਜਾਂਦਾ ਸੀ। ਇੱਕ ਤਾਂ ਲੋਕਾਂ ਤੇ ਕੰਮ ਹੋ ਜਾਂਦੇ ਸੀ, ਦੂਜਾ ਕਹਿੰਦੇ ਕਿ ਬਾਦਲ ਸਾਹਿਬ ਦੀ ਰੂਹ ਦੀ ਖੁਰਾਕ ਸੀ ਲੋਕਾਂ ਨੂੰ ਮਿਲਣਾ। ਉਹਦੇ ਬਾਰੇ ਥੋੜੀ ਜਿਹੀ ਇੱਕ ਮੈਂ ਜਿਹੜੀ ਉਸ ਦਿਨ ਦੀ ਗੱਲ ਦੱਸ ਰਿਹਾ, ਲਗਾਤਾਰਤਾ ਦੀ ਕੰਮ ਦੀ ਵੀ ਰਾਤ ਨੂੰ ਲਾਸਟ ਬੰਦਾ ਉਹਨਾਂ ਨੇ 1:30 ਵਜੇ ਭੁਗਤਾਇਆ।
ਰਾਤ 1:30 ਵਜੇ ਸਵੇਰੇ 6 ਵਜੇ ਚੱਲ ਕੇ 5 ਵਜੇ ਤੱਕ ਪਿੰਡਾਂ ਦੇ ਵਿੱਚ 5 ਵਜੇ ਤੋਂ ਬਾਅਦ ਆ ਕੇ ਉਹਨਾਂ ਨੇ ਜਿੰਨੇ ਲੋਕ ਹੋਰ ਮਿਲਣ ਵਾਲੇ ਆਏ ਸੀ ਰਾਤ ਦੇ 1:30 ਵਜੇ ਤੱਕ। ਫਿਰ ਇਹ ਨਹੀਂ ਹੋਇਆ ਕਿ ਰਾਤ ਦੇ 1:30 ਵਜ ਗਏ ਤੇ ਕੱਲ ਨੂੰ ਕੋਈ ਸਮੇਂ ਦੇ ਵਿੱਚ ਕੋਈ ਕਮੀ ਆ ਜਾਏਗੀ। ਉੱਥੋਂ ਚੌਪਰ ਲੈ ਕੇ ਇੱਥੇ ਆਏ 4-5 ਵਜੇ, ਫਿਰ ਉਹਨਾਂ ਦਾ ਨਿਤਨੇਮ ਸ਼ੁਰੂ ਹੋ ਜਾਂਦੇ ਤੇ ਅਗਲੇ ਦਿਨ ਦੀਆਂ ਮੀਟਿੰਗਾਂ ਵੀ ਬਿਲਕੁਲ ਉਸੇ ਤਰਤੀਬ ਦੇ ਵਿੱਚ ਚੱਲਦੀਆਂ ਰਹੀਆਂ, ਜਿਹੜੀ ਇੱਕ ਬਹੁਤ ਵੱਡੀ ਜਿਹੜੀ ਸਿੱਖਣ ਵਾਲੀ ਗੱਲ ਹੈ ਕਿ ਡੈਡੀਕੇਸ਼ਨ ਕਹਿਣਾ ਬੜਾ ਛੋਟਾ ਜਿਹਾ ਸ਼ਬਦ ਹੈ, ਲੇਕਿਨ ਉਸ ਦੇ ਉੱਤੇ ਪਹਿਰਾ ਦੇਣਾ ਔਰ ਲਗਾਤਾਰ ਉਸ ਦੀ ਜਿਹੜੇ ਅਸੀਂ ਗਵਾਹੀ ਭਰਦੇ ਹਾਂ ਉਹ ਇੱਕ ਬਹੁਤ ਵੱਡੀ ਗੱਲ ਹੈ। ਇਹਦਾ ਸੰਗਤ ਦਰਸ਼ਨਾਂ ਦੇ ਵਿੱਚ ਬਾਦਲ ਸਾਹਿਬ ਦੇ ਨਾਲ ਗੱਲਬਾਤ ਕਰਨੀ ਜਾਂ ਪਹੁੰਚ ਕਰਨੀ ਸੌਖੀ ਹੁੰਦੀ ਸੀ, ਜਾਂ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਸੰਗਤ ਦਰਸ਼ਨ ਤਾਂ ਕਰ ਰਹੇ ਹੋ, 10-12 ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਮਿਲ ਲਿਆ, ਬਾਕੀ ਸਾਰੇ ਪਿੱਛੇ ਰਹਿ ਗਏ? ਨਹੀਂ, ਉਹ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਉਹਨਾਂ ਉਹ ਯੂਨਿਟ ਹੀ ਛੋਟਾ ਬਣਾਉਂਦੇ ਸੀ। ਯੂਨਿਟ ਦਾ ਮਤਲਬ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਦੇ ਕੰਮ ਹੁੰਦੇ ਆ ਉਹ ਬਿਲਕੁਲ ਉਹਨਾਂ ਦੇ ਸਾਹਮਣੇ ਬੈਠੇ ਹੁੰਦੇ ਸੀ ਔਰ ਹਰ ਇੱਕ ਕੋਈ ਬੰਦਾ ਗੱਲ ਕਰਦਾ ਸੀ। ਸੰਗਤ ਦਰਸ਼ਨ ਦਾ ਸਭ ਤੋਂ ਵੱਡਾ ਜਿਹੜਾ ਲਾਭ ਇਹ ਸੀ ਕਿ ਸਾਰੇ ਆਫੀਸਰ ਜਿਹੜੇ ਹੈ ਉਹ ਉੱਥੇ ਹੁੰਦੇ ਸੀ, ਨਾਲ ਦੀ ਨਾਲ ਕੰਮ ਵੀ ਹੋ ਜਾਂਦੇ ਸੀ। ਔਰ ਇੱਕ ਮੈਂ ਤੁਹਾਨੂੰ ਸੰਗਤ ਦਰਸ਼ਨ ਦਾ ਦੱਸ ਦਿੰਦਾ, ਪਹਿਲਾਂ ਇਹਦਾ ਨਾਂ ਖੁੱਲ੍ਹਾ ਦਰਬਾਰ ਸੀ। ਅੱਛਾ। ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਇਹਦਾ ਨਾਂ ਖੁੱਲ੍ਹਾ ਦਰਬਾਰ ਤਾਂ ਰਾਜੇ ਮਹਾਰਾਜੇ ਲਾਉਂਦੇ ਹੁੰਦੇ ਆ, ਵੀ ਕਿਉਂ ਨਾ ਦਰਬਾਰ ਨਹੀਂ ਹੈ ਇਹ ਦਰਬਾਰ ਤਾਂ ਰਾਜੇ ਮਹਾਰਾਜਿਆਂ ਦਾ ਹੁੰਦਾ। ਇਹ ਤਾਂ ਅਸੀਂ ਤਾਂ ਇਹਨਾਂ ਸੰਗਤ ਨੂੰ ਮਿਲਣਾ ਹੈ, ਸੰਗਤ ਰੂਪ ਦੇ ਵਿੱਚ ਇਹਨਾਂ ਨੂੰ ਮਿਲ ਕੇ ਸੰਗਤ ਦੇ ਦਰਸ਼ਨ ਕਰਨੇ ਆ, ਤੇ ਸੰਗਤ ਦੇ ਦਰਸ਼ਨ ਮੀਨਸ ਕਰਨੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਬਾਰੇ ਜਾਣਨਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਨਾ, ਉਹਨਾਂ ਦੀਆਂ ਸ਼ਿਕਾਇਤਾਂ ਸੁਣਨੀਆਂ, ਉਹਨਾਂ ਦੇ ਕੰਮ ਕਰਨੇ। ਇਸ ਕਰਕੇ ਇਸ ਦਾ ਨਾਂ ਉਹਨਾਂ ਨੇ ਇਸ ਨੂੰ ਸੰਗਤ ਦਰਸ਼ਨ ਦਿੱਤਾ। ਜਿੱਥੇ ਤੱਕ ਸੁਣਨ ਦੀ ਗੱਲ ਮੈਂ ਫਿਰ ਰਿਪੀਟ ਕਰ ਦਿੰਦਾ, ਕਿਉਂਕਿ ਯੂਨਿਟ ਇੰਨਾ ਛੋਟਾ ਹੁੰਦਾ ਸੀ ਵੀ ਕੋਈ ਲੱਗਦਾ ਹੀ ਨਹੀਂ ਸੀ, ਫੇਸ ਟੂ ਫੇਸ ਗੱਲ ਹੁੰਦੀ ਸੀ, ਹਰ ਕੋਈ ਬੜੇ ਆਰਾਮ ਨਾਲ ਗੱਲ ਕਰਦਾ ਸੀ। ਔਰ ਇੱਕ ਉਹਨਾਂ ਦਾ ਇੱਕ ਬਹੁਤ ਅੱਛਾ ਸੁਭਾਅ ਇਹ ਸੀਗਾ, ਅਗਰ ਉਹ ਸਾਈਕੋਲੋਜੀਕਲੀ ਮੈਂ ਸਮਝਦਾ ਵੀ ਕਿੰਨੇ ਉਹ ਸਟਰੋਂਗ ਸੀਗੇ। ਅਗਰ ਕੋਈ ਬੰਦਾ ਪਿੱਛੇ ਲੱਗ ਰਿਹਾ ਕਿ ਅਨਰੈਸਟ ਬੈਠਾ ਹੈ, ਉਹ ਸਮਝ ਜਾਂਦੇ ਸੀ ਇਸ ਬੰਦੇ ਨੇ ਕੋਈ ਗੱਲ ਕਰਨੀ ਹੈ। ਕਈ ਲੋਕੀ ਪਿੰਡਾਂ ਦੇ ਵਿੱਚ ਮੰਨ ਲਓ ਕੋਈ ਸੰਕੋਚ ਵੀ ਕਰਦਾ ਹੈ, ਉਹ ਖੁਦ ਹੀ ਕਹਿ ਦਿੰਦੇ ਸੀ ਹਾਂਜੀ ਸਰਦਾਰ ਜੀ ਤੁਸੀਂ ਦੱਸੋ, ਮੈਨੂੰ ਲੱਗਦਾ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ। ਸੋ ਇਸ ਕਰਕੇ ਉਹ ਸੰਗਤ ਦਰਸ਼ਨ ਕੋਈ ਖਾਨਾ ਪੂਰਤੀ ਨਹੀਂ ਸੀ, ਉਹ ਬਿਲਕੁਲ ਇੱਕ ਜਗ੍ਹਾ ਤੇ ਤੁਸੀਂ ਅਪਾਹਜ ਵਿਅਕਤੀ ਪ੍ਰਤੀ ਦਿਲੀ ਦਰਦ ਵੀ ਲਿਖਿਆ, ਉਹ ਘਟਨਾ ਸਾਂਝੀ ਕਰਨਾ ਚਾਹੋ? ਹਾਂ, ਵੈਸੇ ਤਾਂ ਹਰੇਕ ਵਰਗ ਦੇ ਲੋਕਾਂ ਨਾਲ ਉਹਨਾਂ ਨੇ ਦਾ ਬਹੁਤ ਅੱਛਾ ਵਰਤਾਰਾ ਸੀ। ਇੱਕ ਵਾਰ ਕੀ ਹੋਇਆ, ਜਿਹੜੇ ਫਿਜ਼ੀਕਲੀ ਚੈਲੰਜ ਵਿਅਕਤੀ ਸੀ ਉਹਨਾਂ ਦੀਆਂ ਬੈਕਲੌਗ ਦੀਆਂ ਜਿਹੜੀਆਂ ਪੋਸਟਾਂ ਉਹ ਭਰਨੀਆਂ ਸਨ ਜੀ। ਉਸ ਦੇ ਵਿੱਚ ਥੋੜ੍ਹਾ ਜਿਹਾ ਆਫੀਸਰਸ ਵੱਲੋਂ ਇੱਕ ਉਸ 'ਤੇ ਕਮੀ ਆ ਰਹੀ ਸੀ ਕਿ ਡਿਪਾਰਟਮੈਂਟ ਸੋਸ਼ਲ ਜਸਟਿਸ ਹੁੰਦਾ ਜੋ ਅੰਗਹੀਣਾਂ ਨੂੰ ਦੇਖਦਾ ਹੈ ਕਿ ਵੈਦਰ ਉਹ ਭਰੇਗਾ ਜਾਂ ਕੰਸਰਨ ਡਿਪਾਰਟਮੈਂਟ ਭਰੇਗਾ, ਜਿਵੇਂ ਐਜੂਕੇਸ਼ਨ ਹੈਲਥ ਆ ਹੋਇਆ। ਉਹ ਫਾਈਲ ਕਾਫੀ ਦੇਰ ਮੂਵ ਕਰਦੀ ਰਹੀ ਤੇ ਉਹ ਥੋੜੇ ਜਿਹੇ ਵਿਚਾਰੇ ਅੱਕ ਕੇ ਬਾਦਲ ਸਾਹਿਬ ਨੂੰ ਮਿਲਣ ਚਲੇ ਜਾਂਦੇ ਆ। ਜਦੋਂ ਉੱਥੇ ਜਾਂਦੇ ਉਹਨਾਂ ਨੇ ਦੱਸਿਆ ਵੀ ਸਾਡਾ ਬੜੀ ਦੇਰ ਤੋਂ ਬੈਕਲੌਗ ਦਾ ਕੋਟਾ ਹੈ ਉਹ ਪੂਰਾ ਨਹੀਂ ਹੋ ਰਿਹਾ, ਇਸ ਕਰਕੇ ਸਾਡੀ ਮਦਦ ਕਰੋ। ਉਹਨਾਂ ਨੇ ਜਦ ਆਫੀਸਰਸ ਨੂੰ ਬੁਲਾਇਆ, ਆਫੀਸਰਸ ਨੂੰ ਬੁਲਾ ਕੇ ਹਰਪ੍ਰੀਤ ਜੀ, ਮੈਂ ਕਹਿੰਦਾ ਕੋਈ ਹੋਰ ਹੁੰਦਾ ਪਤਾ ਨਹੀਂ ਕਿੰਨਾ ਇਸ ਗੱਲ ਦਾ ਗੁੱਸਾ ਕੀਤਾ ਜਾ ਸਕਦਾ ਸੀ। ਜਿਹੜੀ ਉਹਨਾਂ ਦੀ ਇੱਕ ਹੋਰ ਖਾਸੀਅਤ ਸੀ ਕਿ ਉਹ ਕਦੇ ਗੁੱਸੇ ਨਹੀਂ ਸੀ ਹੁੰਦੇ ਔਰ ਮੈਂ ਨਹੀਂ ਉਹਨਾਂ ਨੂੰ ਕਦੇ ਗੁੱਸੇ ਹੋਏ ਦੇਖਿਆ। ਅਸੀਂ ਥੋੜ੍ਹੀ ਬੜੀ ਗੱਲਾਂ ਉੱਥੇ ਕਈ ਵਾਰ ਹਾਈਪਰ ਹੋ ਜਾਂਦੇ ਹਾਂ ਜੀ। ਉਹਨਾਂ ਨੇ ਗੁੱਸਾ ਕਰਨ ਦੀ ਬਜਾਏ ਉਹ ਇੱਕ ਤਰੀਕੇ ਨਾਲ ਕਿਹਾ, ਕਹਿੰਦਾ ਭਰਾਵੋ ਆਪਾਂ ਇੱਕ ਗੱਲ ਕਰੀਏ ਵੀ ਆਪਾਂ ਆਪਣੀਆਂ ਅੱਖਾਂ ਬੰਨ੍ਹ ਕੇ ਜਾਂ ਆਪਣਾ ਹੱਥ ਬਾਂਹ ਬੰਨ੍ਹ ਕੇ 5 ਮਿੰਟ ਬੈਠ ਕੇ ਦੇਖੀਏ ਵੀ ਕੀ ਫੀਲ ਹੁੰਦਾ ਹੈ। ਉਹਨੇ ਸਾਰਿਆਂ ਨੇ ਮੂੰਹ ਨੀਚੇ ਕਰ ਲਏ ਔਰ ਉਹਨਾਂ ਨੇ ਕਿਹਾ ਵੀ ਸਰ ਸਾਨੂੰ ਇੱਕ ਹਫ਼ਤਾ ਦੇ ਦਿਓ ਤੇ ਇਹਨਾਂ ਨੂੰ ਆਉਣ ਦੀ ਲੋੜ ਨਹੀਂ, ਇਹਨਾਂ ਦੇ ਘਰ ਅਸੀਂ ਅਪਾਇੰਟਮੈਂਟ ਲੈਟਰ ਪਹੁੰਚਾਵਾਂਗੇ। ਔਰ ਹੋਇਆ ਵੀ ਇੱਦਾਂ, ਪੰਜਾਬ ਭਵਨ ਦੇ ਵਿੱਚ ਸਾਰੇ ਡਿਪਾਰਟਮੈਂਟ ਲਗਾਤਾਰ 2-3 ਦਿਨ ਆਉਂਦੇ ਰਹੇ ਵੀ ਤਾਂ ਕਿ ਕੋਈ ਫਾਈਲ ਇੱਧਰ ਉੱਧਰ ਨਾ ਮੂਵ ਹੋਵੇ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਕਹਿਣ ਦਾ ਮਤਲਬ ਉਹਨਾਂ ਦਾ ਇੱਕ ਸਟਾਈਲ ਹੀ ਇਸ ਤਰ੍ਹਾਂ ਦਾ ਸੀ, ਕਦੇ ਗੁੱਸੇ ਤੋਂ ਬਿਨਾਂ ਨਹੀਂ, ਆਪਣਾ ਹੀ ਉਹਨਾਂ ਦਾ ਇੱਕ ਤਰੀਕਾ ਸੀ ਕੰਮ ਕਰਾਉਣ ਦਾ। ਸੋ ਇਸ ਤਰ੍ਹਾਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇੱਕ ਹੋਰ ਘਟਨਾ ਢੋਲ ਸਾਹਿਬ, ਮੈਨੂੰ ਯਾਦ ਹੈ ਕਿ ਲਾਸਟ ਡਿਬੇਟ ਜਦੋਂ ਹੋਈ ਸੀ ਤੁਸੀਂ ਜ਼ਿਕਰ ਕੀਤਾ ਸੀਗਾ, ਕਿਉਂਕਿ ਤੁਸੀਂ DPI ਵੀ ਰਹੇ ਹੋ, ਐਜੂਕੇਸ਼ਨ ਦਾ ਸਿੱਧਾ ਸੰਬੰਧ ਸੀਗਾ। ਇੱਕ ਕੋਈ ਘਟਨਾ ਹੁੰਦੀ ਹੈ ਜਿਸ ਦੇ ਵਿੱਚ ਕੋਈ ਸਕੂਲੀ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ, ਉਹ ਕੀ ਘਟਨਾ ਸੀ, ਉਹ ਕਿੱਥੇ ਦੀ ਸੀ? ਇਹ ਇਸ ਤਰ੍ਹਾਂ ਹੋਇਆ ਸੀ ਜੀ, ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਬੱਸ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਔਰ ਉੱਥੇ ਕੈਜੂਅਲਟੀਜ਼ ਹੋ ਜਾਂਦੀਆਂ, ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਅਸੀਂ ਐਜ਼ ਡਿਪਾਰਟਮੈਂਟ, ਕਿਉਂਕਿ ਮੈਂ ਉਦੋਂ DPI ਸੀ, ਅਸੀਂ ਅਜੇ ਸਲਾਹ ਕਰ ਰਹੇ ਸੀ ਵੀ ਉੱਥੇ ਕਿਵੇਂ ਆਪਾਂ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ। ਕਿ ਸਾਨੂੰ ਇਹ ਪਤਾ ਲੱਗਿਆ ਥੋੜ੍ਹੀ ਦੇਰ ਬਾਅਦ ਕਿ ਬਾਦਲ ਸਾਹਿਬ ਖੁਦ ਚੌਪਰ ਲੈ ਕੇ ਉੱਥੇ ਪਹੁੰਚ ਗਏ ਹੈ। ਵਿਦਿਨ 1 ਆਵਰ ਉੱਥੋਂ ਲੈ ਕੇ ਚੌਪਰ
ਉੱਥੇ ਚਲੇ ਜਾਂਦੇ। ਉੱਥੇ ਜਾ ਕੇ ਉਹਨਾਂ ਨੇ, ਕਿਉਂਕਿ ਉਹ ਜਦੋਂ ਕਿਤੇ ਕਿਸੇ ਦੇ ਦੁੱਖ ਦੇ ਵਿੱਚ ਜਾਂਦੇ ਸੀ, ਉਹ ਕਿਤੇ ਖਾਣਾ ਪੂਰਤੀ ਇਸ ਕਰਕੇ ਨਹੀਂ ਕਿ ਮੈਂ CM ਮੇਰੀ ਡਿਊਟੀ ਬਣਦੀ ਹੈ, ਮਤਲਬ ਦਿਲੋਂ ਦੁਖੀ ਹੁੰਦੇ ਸੀ ਔਰ ਆਪਣੇ ਦਿਲ ਨੂੰ ਸਕੂਨ ਦੇਣ ਲਈ ਉੱਥੇ ਜਾਂਦੇ ਸੀ। ਉੱਥੇ ਜਾ ਕੇ ਉਹਨਾਂ ਨੇ ਇੱਕ ਤਾਂ ਟੈਕਨੀਕਲੀ ਚੈੱਕ ਕੀਤਾ ਵੀ ਇਹ ਘਟਨਾ ਕਿਉਂ ਹੋਈ, ਦੂਜਾ ਇਹ ਦੇਖਿਆ ਵੀ ਬੱਚਿਆਂ ਨੂੰ ਬੱਸਾਂ ਤੇ ਦੂਰ ਕਿਉਂ ਜਾਣਾ ਪੈਂਦਾ ਹੈ। ਵੀ ਉਹਨਾਂ ਨੂੰ ਇਹ ਪਤਾ ਲੱਗਿਆ ਕਿਉਂਕਿ ਬਾਰਡਰ ਦਾ ਏਰੀਆ ਸੀ ਵੀ ਇੱਥੇ ਜ਼ਰੂਰਤ ਹੈ ਕੁਝ ਜਿਹੜੇ ਸਕੂਲ ਹੈ ਉਹ ਅਪਗ੍ਰੇਡ ਹੋਣੇ ਚਾਹੀਦੇ ਆ। ਔਰ ਅਗਲੀ ਗੱਲ ਇੱਕ ਉਹਨਾਂ ਦੀ ਜਿਹੜੀ ਹਰਪ੍ਰੀਤ ਜੀ ਜਿਹੜੀ ਦੱਸਣ ਵਾਲੀ ਹੈ ਕਿ ਉਹ ਕਦੇ ਵੀ ਕਿਸੇ ਕੇਸ ਨੂੰ ਲੰਬਾ ਨਹੀਂ ਸੀ ਕਰਦੇ ਚੈਨਲਾਂ ਦੇ ਰਾਹੀਂ। ਵੀ ਮੰਨ ਲਓ ਉਹਨਾਂ ਨੇ ਕਿਸੇ ਨੂੰ ਕਹਿਣਾ ਅਗਰ DPI ਨਾਲ ਕੰਮ ਹੈ ਤਾਂ ਸਿੱਧਾ DPI ਨੂੰ ਫੋਨ ਕਰਦੇ ਸੀ, ਅਗਰ ਤਹਿਸੀਲਦਾਰ ਨਾਲ ਕੰਮ ਹੈ ਤਾਂ ਸਿੱਧਾ ਤਹਿਸੀਲਦਾਰ ਨੂੰ ਫੋਨ ਕਰਦੇ ਸੀ ਤਾਂ ਜੋ ਚੈਨਲ ਦੇ ਵਿੱਚ ਸਮਾਂ ਵੇਸਟ ਨਾ ਹੋਵੇ। ਔਰ ਉਹਨਾਂ ਨੇ ਜਦੇ ਕਿਹਾ ਵੀ ਇਹ 4 ਸਕੂਲ ਹੈ, ਅੱਜ ਸ਼ਾਮ ਨੂੰ 3 ਵਜੇ ਤੱਕ ਮੈਂ ਵਾਪਸ ਪੰਜਾਬ ਭਵਨ ਆ ਰਿਹਾ, ਉਹਦੇ ਮੇਰੇ ਤੋਂ ਸਾਈਨ ਕਰਾਓ, ਉਸ ਨੂੰ ਅਪਗ੍ਰੇਡ ਕਰਕੇ ਕੱਲ੍ਹ ਤੋਂ ਹੀ ਉੱਥੇ ਸਟਾਫ ਜਾਣਾ ਚਾਹੀਦਾ। ਇਹ ਸੀ ਉਹਨਾਂ ਦਾ ਦਿਲੀ ਦਰਦ ਉਹਨਾਂ ਪ੍ਰਤੀ। ਔਰ ਦੂਸਰਾ ਇਹ ਸੀ ਕਿ ਕਿਵੇਂ ਉਸ ਦਾ ਐਕਸ਼ਨ ਉਸ ਦੇ ਉੱਤੇ ਲੈਣਾ ਤੇ ਉਸ ਦੀ ਇੰਪਲੀਮੈਂਟੇਸ਼ਨ ਕਿਵੇਂ ਕਰਨੀ, ਇਹ ਉਹਨਾਂ ਦਾ ਤਰੀਕਾ ਸੀ। ਬਤੌਰ ਜਦੋਂ ਤੁਸੀਂ PSEB ਦੇ ਚੇਅਰਮੈਨ ਬਣੇ ਉਸ ਤੋਂ ਬਾਅਦ, ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ, ਮੁਲਾਜ਼ਮਾਂ ਦੀਆਂ ਮੰਗਾਂ, ਟੀਚਰਾਂ ਦੀਆਂ ਮੰਗਾਂ, ਬੱਚਿਆਂ ਦੀਆਂ ਕੁਝ ਮੰਗਾਂ, ਸਕੂਲਾਂ ਦੀਆਂ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿਵੇਂ ਦੋ ਚਾਰ ਹੋਏ ਫਿਰ? ਇਸ ਤਰ੍ਹਾਂ ਸੀਗਾ ਜੀ ਕਿ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹ ਐਜੂਕੇਸ਼ਨ ਤੇ ਬਹੁਤ ਜ਼ੋਰ ਦਿੰਦੇ ਸੀ, ਪੇਂਡੂ ਬੱਚਿਆਂ ਦੀ, ਗਰੀਬ ਬੱਚਿਆਂ ਦੀ, ਔਰ ਖਾਸ ਤੌਰ ਤੇ ਲੜਕੀਆਂ ਦੀ ਐਜੂਕੇਸ਼ਨ। ਬਿਲਕੁਲ, ਲੜਕੀਆਂ ਦੀ ਜਿਵੇਂ ਆਪਾਂ ਦੇਖੇ ਜਾਂ ਹੋਰ ਬੜੀਆਂ ਚੀਜ਼ਾਂ ਐਸੀਆਂ ਬਣਾਈਆਂ। ਤੇ ਜਿਵੇਂ ਉਹਨਾਂ ਨੇ ਮਾਈ ਭਾਗੋ ਜਿਹੜੀ ਸਕੀਮ ਚਲਾਈ ਸੀ ਸਾਈਕਲਾਂ ਦੀ, ਕਿਉਂਕਿ ਸਾਡੇ ਲੜਕੀਆਂ ਦੀ ਡ੍ਰੌਪ ਰੇਟ ਬਹੁਤ ਜ਼ਿਆਦਾ ਸੀ, ਉਸ ਨੂੰ ਕਰਵ ਕਰਨ ਵਾਸਤੇ ਉਹਨਾਂ ਨੇ ਸਾਈਕਲ ਦੀ ਸਕੀਮ ਚਲਾਈ ਸੀ। ਉਸ ਤੋਂ ਬਾਅਦ ਉਹਨਾਂ ਲਈ ਸਪੈਸ਼ਲ ਸਕੂਲ, ਸਪੈਸ਼ਲ ਉਹਨਾਂ ਵਾਸਤੇ ਜਿਹੜੇ ਟਾਇਲਟ, ਇਹ ਉਹ ਇੰਨਾ ਪ੍ਰਬੰਧ, ਉਹ ਹਮੇਸ਼ਾ ਛੋਟੀਆਂ ਛੋਟੀਆਂ ਗੱਲਾਂ ਵੀ ਉਹਦੇ ਬਾਰੇ ਪੁੱਛਦੇ ਸੀ। ਫਿਰ ਰਹੀ ਗੱਲ ਕਿ ਇੰਸਟੀਟਿਊਸ਼ਨਸ ਕੱਲਾ ਇਹੀ ਨਹੀਂ ਕਿ ਇਸ ਲੈਵਲ ਦੇ, ਜੇ ਅਸੀਂ ਗੱਲ ਕਰਦੇ ਹਾਂ ਮੈਰੀਟੋਰੀਅਸ ਸਕੂਲ, ਉਹਨਾਂ ਦੀ ਦੇਣ ਹੈ ਜੀ। ਇਹ ਮੈਰੀਟੋਰੀਅਸ ਸਕੂਲ ਉਹ ਸਕੂਲ ਨੇ ਜਿਹੜੇ ਗਰੀਬ ਵਿਦਿਆਰਥੀ ਜਿਹੜੇ ਇੰਟੈਲੀਜੈਂਟ ਹੈ ਲੇਕਿਨ ਅੱਗੇ ਨਹੀਂ ਪੜ੍ਹ ਸਕਦੇ ਸੀ, ਉਹਨਾਂ ਲਈ ਰਹਿਸ਼ੀ ਫ੍ਰੀ ਔਰ ਫ੍ਰੀ ਨੋ ਟਿਊਸ਼ਨ ਔਰ ਵਰਦੀਆਂ ਦੇ ਕੇ ਉਹਨਾਂ ਨੂੰ ਪੜ੍ਹਾਇਆ। ਇਸ ਦੇ ਜੇ ਹੋਰ ਪਿੱਛੇ ਜਾਈਏ, ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਦੇ ਬੋਰਡ ਦੇ ਆਦਰਸ਼ ਸਕੂਲ ਸੀ, ਉਹ ਵੀ ਉਹਨਾਂ ਦੀ ਦੇਣ ਸੀ। ਮਾਈ ਭਾਗੋ ਅਕੈਡਮੀ, ਚਾਹੇ ਮਹਾਰਾਜਾ ਰਣਜੀਤ ਸਿੰਘ ਹੈ, ਚਾਹੇ ਦਸ਼ਮੇਸ਼ ਅਕੈਡਮੀ ਹੈ, ਇਹ ਸਾਰਾ ਕੁਝ ਬਾਦਲ ਸਾਹਿਬ ਦੀ ਦੇਣ ਰਿਹਾ। ਔਰ ਸਿਰਫ ਸਕੂਲ ਲੈਵਲ ਤੇ ਨਹੀਂ ਹਰਪ੍ਰੀਤ ਜੀ, ਜਿਹੜੀਆਂ ਇੱਥੇ ਸੈਕਟਰ 81 ਹੈ ਮੋਹਾਲੀ ਦਾ, ਉਹਦੇ ਵਿੱਚ ਚਾਹੇ ISB ਹੈ, ਆਈਸ਼ਰ ਹੈ, ਔਰ ਚਾਹੇ ਨੈਨੋ ਟੈਕਨੋਲੋਜੀ ਹੈ, ਉਹ ਸੰਸਥਾਵਾਂ ਇਸ ਤਰ੍ਹਾਂ ਕਰਕੇ ਉਹਨਾਂ ਦੀ ਦੂਰ ਅੰਦੇਸ਼ੀ ਸੀ ਕਿ ਜਦੋਂ ਇੰਸਟੀਟਿਊਸ਼ਨ ਅੱਛੇ ਆਉਣਗੇ ਤਾਂ ਉਹ ਸ਼ਹਿਰ ਡਿਵੈਲਪ ਹੁੰਦਾ ਜਿਹਦੇ ਵਿੱਚ ਜਾਂ ਤਾਂ ਐਜੂਕੇਸ਼ਨ ਹੱਬ ਹੋਵੇ ਜਾਂ ਇੰਡਸਟਰੀ ਹੋਵੇ। ਸੋ ਇਸ ਕਰਕੇ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਉਹਨਾਂ ਨੇ ਇਹ ਕੀਤੀ ਸੀ, ਜਦੋਂ ਟੀਚਰਸ ਦੀ ਭਰਤੀ ਦਾ ਰੌਲਾ ਹੁੰਦਾ ਸੀਗਾ ਤੇ ਉਹਨਾਂ ਨੇ ਪਹਿਲੀ ਵਾਰ ਹੋਇਆ ਸੀ ਕਿ ਜਿਹੜੀ ਇੰਟਰਵਿਊ ਹੈ ਉਹ ਬਿਲਕੁਲ ਟੋਟਲੀ ਬੰਦ ਕਰ ਦਿੱਤੀ ਸੀ। ਔਨ ਦਾ ਬੇਸਿਸ ਹੈ ਜੀ, ਹਾਂਜੀ, ਕੋਈ ਸਿਫਾਰਿਸ਼ ਹੀ ਨਾ ਆਵੇ, ਨੰਬਰ 1। ਨੰਬਰ 2 ਕਿ ਔਨ ਟੈਸਟ ਦੇ ਬੇਸ ਤੇ, ਚਾਹੇ ਉਹ ਟੈਟ ਪੈਸ ਦਾ ਟੈਸਟ ਹੈ, ਚਾਹੇ ਸਬਜੈਕਟ ਕੰਸਰਨ ਟੈਸਟ ਹੈ, ਉਹਦੇ ਬੇਸ ਦੇ ਉੱਤੇ ਹੀ ਨਿਯੁਕਤੀ ਹੁੰਦੀ ਸੀ। ਔਰ ਇਹਦੇ ਨਾਲ ਅਗਲੀ ਗੱਲ ਜਿਹੜੀ ਕੀਤੀ ਸੀ, ਉਦੋਂ ਚੀਮਾ ਸਾਹਿਬ ਵੀ ਮੰਤਰੀ ਸੀ, ਕਿ ਉਦੋਂ ਜਿਹੜੀ ਗੱਲ ਕੀਤੀ ਸੀ, ਜਿਹੜੀ ਲੱਗਦਾ ਹੀ ਸੀ ਲੋਕਾਂ ਨੂੰ ਵੀ ਸ਼ਾਇਦ ਇਹ ਪੂਰੀ ਕਰਨੀ ਔਖੀ ਹੋਵੇਗੀ, ਵੀ ਅਗਰ ਉਹਨਾਂ ਦੀ ਅਪਾਇੰਟਮੈਂਟ ਵੀ ਹੋਣੀ ਹੈ ਉਹ ਔਨ ਦਾ ਬੇਸਿਸ ਆਫ ਮੈਰਿਟ ਹੋਣੀ ਹੈ। ਨੰਬਰ 1 ਵਾਲਾ ਮੈਰਿਟ ਵਾਲਾ ਆਏਗਾ, ਲਿਸਟ ਦੇਖੇਗਾ ਔਰ ਆਪਣਾ ਨਿਯੁਕਤੀ ਪੱਤਰ ਸਟੇਸ਼ਨ ਲੈ ਲੇਗਾ। 2 ਨੰਬਰ ਆਏਗਾ, ਅਗਲੀ ਲਿਸਟ ਜੋ ਰਹਿੰਦੇ ਉਹਨਾਂ ਦੇ ਵਿੱਚੋਂ 3 ਇਸ ਤਰ੍ਹਾਂ ਲੈਂਦਾ ਰਹੇਗਾ। ਔਰ ਇਹ ਇੱਕ ਬਹੁਤ ਵੱਡੀ ਜਿਹੜੀ ਹੈ, ਇੱਕ ਤਰ੍ਹਾਂ ਦਾ ਬਹੁਤ ਵੱਡਾ ਰੈਵੋਲੂਸ਼ਨ ਸੀ ਜਿਹੜਾ ਸਿੱਖਿਆ ਦੇ ਤੰਤਰ ਚ ਲਿਆਂਦਾ। ਸਿੱਖਿਆ ਤੰਤਰ ਦੇ ਵਿੱਚ ਮੇਰੀ ਹੁਣੇ ਤੁਹਾਡੇ ਤੋਂ ਪਹਿਲਾਂ ਸੁਨੀਲ ਜਾਖੜ ਸਾਹਿਬ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੜੀ ਵਾਰੀ ਗੁੱਸੇ ਦੇ ਵਿੱਚ ਜਾਂਦੇ ਸੀ, ਇਹ ਗੱਲ ਮਨਵਾਉਣੀ ਆ, ਆਹ ਕਹਿਣਾ, ਇਹ ਧਰਨਾ ਲਾਣਾ। ਉਹ ਕਹਿੰਦਾ ਕਿ ਉਹ ਇੰਨੇ ਪ੍ਰਭਾਵਸ਼ਾਲੀ ਬੁਲਾਰੇ ਸੀ, ਉਹ ਸਾਡੇ ਵੱਡੇ ਤੋਂ ਵੱਡੇ ਮੈਟਰ ਨੂੰ ਇਸ ਤਰੀਕੇ ਦੇ ਨਾਲ ਸੁਲਝਾ ਦਿੰਦੇ ਸੀ ਜਾਂ ਗੱਲਾਂ ਦੇ ਵਿੱਚ ਲਾ ਲੈਂਦੇ ਸੀ ਕਿ ਅਸੀਂ ਚੁੱਪਚਾਪ ਵਾਪਸ ਆ ਜਾਂਦੇ ਸੀ। ਇੱਕ ਪ੍ਰਭਾਵਸ਼ਾਲੀ ਬੁਲਾਰਾ ਹੋਣ ਦਾ ਜਿਹੜਾ ਗੁਣ ਹੈ ਉਹ ਉਹਨਾਂ ਦੇ ਵਿੱਚ ਸੀਗਾ। ਹਾਂ, ਉਹ ਦੇਖੋ ਪ੍ਰਭਾਵਸ਼ਾਲੀ ਬੁਲਾਰੇ ਉਹ ਇਹ ਦੇਖ ਲੈਂਦੇ ਸੀਗੇ ਵੀ ਮੈਂ ਕਿਹੜੇ ਇਕੱਠ ਨੂੰ ਸੰਬੋਧਨ ਕਰ ਰਿਹਾ ਜਾਂ ਕਿਹੜੀ ਮੀਟਿੰਗ ਨੂੰ ਸੰਬੋਧਨ ਕਰ ਰਿਹਾ, ਉਸ ਦੇ ਮੁਤਾਬਕ ਉਹਨਾਂ ਦੀ ਵਰਡਿੰਗ ਹੁੰਦੀ ਸੀ ਮੌਕੇ। ਇਸ ਨੂੰ ਅਸੀਂ ਇੰਗਲਿਸ਼ ਐਕਸਟੈਂਪੋਰ ਕਹਿੰਦੇ ਹਾਂ। ਕਿਆ ਬਾਤ। ਉਹ ਇੱਕ ਬੜੇ ਤਕੜਾ ਮਤਲਬ ਐਕਸਟੈਂਪੋਰ ਉਹਨਾਂ ਦਾ ਬਹੁਤ ਉਸੀ ਮੌਕੇ 'ਤੇ ਉਹ ਕਰ ਰਿਹਾ। ਦੂਜੀ ਉਹਨਾਂ ਦੇ ਕੋਈ ਵੀ ਤੁਸੀਂ ਜਿਹੜੇ ਹੈ ਭਾਸ਼ਣ ਦੇਖ ਲਓ, ਉਹਦੇ 'ਚ 2 ਗੱਲਾਂ ਮੁੱਖ ਤੌਰ 'ਤੇ ਜ਼ਰੂਰ ਹੁੰਦੀਆਂ ਸੀ। ਨੰਬਰ 1 ਤਾਂ ਸੂਬੇ ਦੀ ਤਰੱਕੀ, ਨੰਬਰ 2
ਜਿਹੜਾ ਹੈ ਸਾਂਝੀਵਾਲਤਾ ਸਾਂਝੀਵਾਲਤਾ ਔਰ ਜਿਹੜਾ ਤਰੱਕੀ ਹੈ, ਔਰ ਉਹ ਇਹੀ ਗੱਲ ਹਮੇਸ਼ਾ ਕਹਿੰਦੇ ਸੀ ਵੀ ਜੇ ਕਿਤੇ ਤਰੱਕੀ ਤਾਂ ਹੀ ਪੋਸੀਬਲ ਹੈ ਜੇ ਭਾਈਚਾਰਕ ਸਾਂਝ ਹੋਏਗੀ। ਸੋ ਇਹ ਹਰੇਕ ਥਾਂ ਤੇ ਉਹਨਾਂ ਨੇ ਇਸ ਗੱਲ ਦਾ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਔਰ ਮੌਕੇ ਤੇ ਇਕੱਠ ਮੁਤਾਬਕ, ਚਾਹੇ ਉਹ ਜ਼ਿਮੀਂਦਾਰ ਨੇ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਉਹ ਵਿਰੋਧੀ ਨੇ, ਹਰੇਕ ਤਰ੍ਹਾਂ ਦੇ ਮੌਕੇ ਮੁਤਾਬਕ ਉਹ ਗੱਲ ਕਰਦੇ ਸੀ। ਜੀ ਟੋਲ ਸਾਹਿਬ, ਇੱਕ ਆਖਰੀ ਸਵਾਲ, ਬਤੌਰ 5 ਵਾਰ ਕੋਈ ਸ਼ਖਸ ਮੁੱਖ ਮੰਤਰੀ ਬਣਿਆ ਹੋਵੇ, 10 ਵਾਰ ਵਿਧਾਇਕ ਹੋਵੇ, ਕੇਂਦਰ ਦੇ ਵਿੱਚ ਵੀ ਵਜ਼ੀਰ ਰਿਹਾ ਹੋਵੇ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਉਪਲਬਧੀਆਂ ਹੋਣ ਦੇ ਬਾਵਜੂਦ ਜੋ ਤੁਸੀਂ ਉਹਨਾਂ ਦੇ ਕੋਲ ਜਾਂਦੇ ਸੀ ਜਾਂ ਕੰਮ ਕਰਦੇ ਸੀ ਉਹਨਾਂ ਦੇ ਨਾਲ, ਕਦੇ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਇਹ ਇੰਨੀਆਂ ਪਦਵੀਆਂ ਹਾਸਲ ਕਰਨ ਦੇ ਬਾਵਜੂਦ ਵੀ ਇਸ ਬੰਦੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਕੜ, ਕੋਈ ਇੱਦਾਂ ਦੀ ਈਗੋ ਨਹੀਂ ਹੈਗੀ ਹੈ ਕਿ ਮੇਰਾ ਕੱਦ ਬਹੁਤ ਸਿਆਸੀ ਤੌਰ ਤੇ ਉੱਚਾ ਹੈ ਤੇ ਬਾਕੀ ਸਾਰੇ ਨੀਵੇਂ ਨੇ? ਬਿਲਕੁਲ ਨਹੀਂ ਸੀ। ਰਾਦਰ ਇਸ ਗੱਲ ਦਾ ਉਹ ਪ੍ਰਚਾਰ ਵੀ ਕਰਦੇ ਸੀਗੇ। ਸਪੋਜ਼ ਕਰੋ ਕੋਈ ਆਮ ਤੌਰ ਤੇ ਕੀ ਹੁੰਦਾ ਵੀ ਪਹਿਲੀ ਲਾਈਨ ਦੇ ਵਿੱਚ ਜਿਵੇਂ ਹਾਇਰ ਆਫੀਸਰ ਬੈਠੇ ਹੁੰਦੇ, ਉਹਨਾਂ ਦੇ ਪਿੱਛੇ ਉਹਨਾਂ ਦਾ ਸਟਾਫ ਬੈਠਾ ਹੁੰਦਾ, ਉਹ ਹਮੇਸ਼ਾ ਇਹ ਗੱਲ ਕਹਿੰਦੇ ਸੀਗੇ ਕਿ ਉਹਨਾਂ ਨੇ ਇਸ਼ਾਰਾ ਕਰਕੇ ਪਿਛਲੇ ਬੰਦੇ ਨੂੰ ਵੀ ਗੱਲ ਪੁੱਛ ਲੈਣੀ ਹੈ। ਕਹਿੰਦੇ ਜੀ ਤੁਸੀਂ ਮਾਈਂਡ ਨਾ ਕਰਿਆ ਕਰੋ। ਸਮਝਾਉਂਦੇ ਵੀ ਸੀਗੇ ਆਫੀਸਰਸ ਨੂੰ ਵੀ ਜਿਸ ਬੰਦੇ ਨੇ ਨੀਚੋਂ ਫਾਈਲ ਨੂੰ ਡੀਲ ਕੀਤਾ ਹੋਇਆ, ਜੋ ਉਹਨੂੰ ਪਤਾ ਹੈ ਤਾਂ ਉਤਲੇ ਨੂੰ ਨਹੀਂ ਪਤਾ, ਇਸ ਕਰਕੇ ਉੱਠ ਕੇ ਉਹ ਆਪਣੇ ਆਪ ਹੀ ਇਸ਼ਾਰਾ ਕਰਕੇ ਪੁੱਛ ਲੈਂਦੇ ਸੀ ਵੀ ਕੋਈ ਗੱਲ ਨਹੀਂ, ਤੁਸੀਂ ਆਪਣੇ ਸੈਕਟਰੀ ਤੋਂ ਨਾ ਡਰੋ। ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹਦੇ ਮੁਤਾਬਕ ਹੀ ਗੱਲ ਕਰਨੀ ਹੁੰਦੀ ਹੈ। ਜਿਸ ਬੰਦੇ ਨੂੰ ਜਿੰਨੀ ਨੌਲੇਜ ਹੈ ਉਹ ਆਪਣੀ ਗੱਲ ਦੱਸ ਸਕਦਾ। ਇਸ ਕਰਕੇ ਉਹਨਾਂ ਨੇ ਕਦੇ ਆਪਣਾ ਤਾਂ ਕੀ ਸਮਝਣਾ, ਦੂਜਿਆਂ ਨੂੰ ਵੀ ਇਹ ਗੱਲ ਪ੍ਰੀਚ ਕਰਦੇ ਸੀ। ਚਲੋ, ਜਾਂਦੇ ਤੁਹਾਨੂੰ ਲੱਗਦਾ ਹੈ ਕਿ ਬਾਦਲ ਸਾਹਿਬ ਦੇ ਜਾਣ ਦੇ ਨਾਲ 75 ਸਾਲ ਉਹਨਾਂ ਨੇ ਸਿਆਸਤ ਕੀਤੀ, 95 ਸਾਲ ਉਹਨਾਂ ਦੀ ਕੁੱਲ ਉਮਰ ਸੀ, ਉਹਨਾਂ ਦੇ ਜਾਣ ਤੋਂ ਬਾਅਦ ਘੱਟੋ ਘੱਟ ਪੰਜਾਬ ਦੀ ਇੱਕ ਜਿਹੜੀ ਫਰਾਖ ਦਿਲੀ ਸਿਆਸਤ, ਇੱਕ ਯੁੱਗ ਦਾ ਅੰਤ ਹੋ ਗਿਆ? ਹਾਂ, ਇਹ ਤਾਂ ਬਿਲਕੁਲ ਦੇਖੋ ਕਿਉਂਕਿ ਸਬਸਟੀਚਿਊਟ ਅਜੇ ਕੁਛ ਨਜ਼ਰ ਨਹੀਂ ਆ ਰਿਹਾ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਆਪਾਂ ਅੱਜ ਉਹਨਾਂ ਦੇ ਗੁਣਾਂ ਦੀ ਗੱਲ ਕਰਦੇ ਹਾਂ, ਅਸੀਂ ਨਹੀਂ ਕਰਦੇ ਜਿਨ੍ਹਾਂ ਨੇ ਨੇੜਤਾ ਰਹੀ ਹੈ, ਜਿਹੜੇ ਵਿਰੋਧੀ ਵੀ ਅੱਜ ਵੀ ਉਹ ਵੀ ਉਹਨਾਂ ਦੀ ਤਾਰੀਫ ਕਰ ਰਹੇ ਆ। ਆਪਾਂ ਜੇ ਅੱਜ ਦੇ ਦਿਨ ਉਹਨਾਂ ਦਾ ਕੋਈ ਇੱਕ ਛੋਟਾ ਮੋਟਾ ਗੁਣ ਵੀ ਆਪਣੇ 'ਚ ਅਪਣਾ ਲਈਏ, ਔਰ ਇਹ ਮੈਂ ਕਹਾਂਗਾ ਇੱਕ ਬਹੁਤ ਵੱਡੀ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਨਾਲ ਆਪਾਂ ਕੁਝ ਪੰਜਾਬ ਦਾ ਸੁਧਾਰ ਵੀ ਕਰ ਸਕਦੇ। ਅੱਛਾ ਟੋਲ ਸਾਹਿਬ, ਇਹ ਦੱਸੋ, ਕਿਉਂਕਿ ਇੱਥੇ ਤਾਂ ਸਰਪੰਚ ਹੀ ਮਾਣ ਨਹੀਂ ਕੀਤਾ ਜਾਂਦਾ ਜੇਕਰ ਉਹਦੀ ਪਾਰਟੀ ਦੀ ਸਰਕਾਰ ਹੋਵੇ, ਅਫਸਰਾਂ ਤੋਂ ਕੰਮ ਕਰਾਣੇ, ਕਦੇ ਕਿਸੇ ਨੂੰ ਦਬਕਾ ਮਰਵਾਉਣਾ, ਕਦੇ ਕਿਸੇ ਨੂੰ ਦਬਕਾ ਮਰਵਾਉਣਾ। ਬਾਦਲ ਸਾਹਿਬ ਦਾ ਅਫਸਰਾਂ ਦੇ ਪ੍ਰਤੀ ਕੀ ਰਵੱਈਆ ਰਹਿੰਦਾ ਸੀਗਾ? ਨਹੀਂ, ਉਹ ਅਫਸਰਾਂ ਨੂੰ ਇੱਕ ਤਾਂ ਬੜੇ ਆਦਰ ਸਤਿਕਾਰ ਨਾਲ ਬੋਲਦੇ ਸੀ, ਦੂਜਾ ਕਦੇ ਗਲਤ ਕੰਮ ਲਈ ਪ੍ਰੈਸ਼ਰਾਈਜ਼ ਨਹੀਂ ਸੀ ਕਰਦੇ। ਕੋਈ ਕੰਮ ਹੋਣ ਵਾਲਾ ਹੈ ਤਾਂ ਉਹ ਜ਼ਰੂਰ ਕਹਿੰਦੇ ਸੀ ਸਮਾਂ ਮਤਲਬ ਟਾਈਮ ਤੇ ਕਰਕੇ ਦਿਓ, ਅਦਰਵਾਈਜ਼ ਜਿਹੜਾ ਗਲਤ ਕੰਮ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਦੱਸਦਾ ਜੀ। ਮੈਂ ਜਦੋਂ ਉੱਥੇ ਰਿਟਰਨਿੰਗ ਆਫੀਸਰ ਸੀ, ਮੈਨੂੰ ਉਹਨਾਂ ਦੇ ਪੀਏ ਦਾ ਫੋਨ ਆਇਆ ਕਿ ਸਾਡੀਆਂ ਕੁਝ ਵੋਟਾਂ ਰਹਿ ਗਈਆਂ। ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ, ਇਹ ਸਮਾਂ ਨਿਕਲ ਚੁੱਕਿਆ, ਕੱਲ ਤੱਕ ਲਾਸਟ ਡੇਟ ਸੀ, ਹੁਣ ਇਲੈਕਸ਼ਨ ਕਮਿਸ਼ਨ ਅਲਾਓ ਨਹੀਂ ਕਰੇਗਾ, ਨਹੀਂ ਬਣ ਸਕਦੀਆਂ। ਉਹਨਾਂ ਨੇ ਉਸੇ ਵੇਲੇ ਮੈਨੂੰ ਕਹਿਣ ਲਓ ਫਿਰ ਬਾਦਲ ਸਾਹਿਬ ਨਾਲ ਗੱਲ ਕਰੋ। ਮੈਂ ਜਦੋਂ ਬਾਦਲ ਸਾਹਿਬ ਦਾ ਫੋਨ ਆਇਆ, ਨੈਚੁਰਲੀ 3 ਵਾਰ ਉਹ ਮੁੱਖ ਮੰਤਰੀ ਰਹਿ ਚੁੱਕੇ ਸੀ, ਚੌਥੀ ਵਾਰ ਬਣਨ ਜਾ ਰਹੇ ਸੀਗੇ, ਤੇ ਮੈਂ ਬੜਾ ਘਬਰਾ ਕੇ ਜਦੋਂ ਫੋਨ ਫੜਿਆ ਤੇ ਉਹ ਕਹਿੰਦੇ ਜੀ ਕਾਕਾ ਜੀ ਸਾਡੀਆਂ ਕੁਝ ਵੋਟਾਂ ਰਹਿ ਗਈਆਂ। ਮੈਂ ਕਿਹਾ ਸਰ ਕੱਲ੍ਹ ਲਾਸਟ ਡੇਟ ਸੀਗੀ, ਹੁਣ ਮੈਂ ਬਣਾ ਨਹੀਂ ਸਕਦਾ, ਮੇਰੇ ਉਸ 'ਚ ਨਹੀਂ ਹੈ ਅਧਿਕਾਰ ਖੇਤਰ 'ਚ। ਕਹਿੰਦੇ ਚਲੋ ਕੋਈ ਗੱਲ ਨਹੀਂ, ਰਹਿਣ ਦਿਓ। ਮੈਂ ਇੰਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਜਦੋਂ ਇਹ ਕਹਿ ਕੇ ਅਜੇ ਮੇਰਾ ਫੋਨ ਚੱਲ ਰਿਹਾ ਸੀ। ਆਪਣੇ ਜਦੋਂ ਉਹਨਾਂ ਨੂੰ ਫੋਨ ਫੜਾ ਰਹੇ ਸੀ, ਮੈਨੂੰ ਲੱਗ ਰਿਹਾ ਸੀਗਾ, ਔਰ ਫੋਨ ਫੜਾਉਂਦੇ ਪੀਏ ਨੂੰ ਵੀ ਇਹ ਗੱਲ ਕਹਿ ਰਹੇ ਸੀ ਵੀ ਕਾਕਾ ਇਹ ਇਲੈਕਸ਼ਨ ਦਾ ਕੰਮ ਹੈ, ਔਰ ਐਵੇਂ ਕਿਸੇ ਆਫਿਸਰ ਨੂੰ ਆਪਾਂ ਚੱਕਰਾਂ 'ਚ ਨਹੀਂ ਪਾਉਣਾ, ਅਗਰ ਨਹੀਂ ਬਣ ਸਕਦੀਆਂ ਰਹਿ ਗਈਆਂ ਤਾਂ ਰਹਿਣ ਦਿਓ, ਆਪਾਂ ਕਿਸੇ ਆਫਿਸਰ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ। ਸੋ ਆਮ ਤੌਰ ਤੇ ਵੀ ਇਹੀ ਹੁੰਦਾ ਸੀ, ਉਹ ਕਦੇ ਕਿਸੇ ਨੂੰ ਇਹ ਸਮਝ ਕੇ ਨਹੀਂ ਵੀ ਹਾਂ ਇਹ ਕਰਨਾ ਹੀ ਹੈ, ਕਰਕੇ ਹੀ ਦੇਣਾ। ਤੇ ਜੇ ਕੋਈ ਐਕਸਪਲੇਨ ਕਰ ਦਿੰਦੇ ਸੀ ਵੀ ਨਹੀਂ ਜੀ ਸਰ ਇਹ ਹੋਣ ਵਾਲਾ ਕੰਮ ਨਹੀਂ ਹੈ, ਤਾਂ ਉਹ ਝੱਟ ਮੰਨ ਜਾਂਦੇ ਸੀ। ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਸੀ ਅਫਸਰਾਂ ਦਾ? ਨਹੀਂ, ਕਦੇ ਨਹੀਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਪੂਰੀ ਗੱਲਬਾਤ ਕਰਨ ਦੇ ਲਈ, ਕਿਉਂਕਿ ਬਾਦਲ ਸਾਹਿਬ ਦੇ ਨਾਲ ਬਹੁਤ ਨੇੜੇ ਹੋ ਕੇ ਇਹਨਾਂ ਨੇ ਕੰਮ ਕੀਤਾ। ਇਸੇ ਕਰਕੇ ਇਹਨਾਂ ਨੇ ਲਿਖਿਆ ਕਿ ਜੋ ਮੈਂ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਉਹ ਸਾਰਾ ਕੁਝ ਜਾਂ ਤਾਂ ਮੇਰੇ ਨਾਲ ਖੁਦ ਵਾਪਰਿਆ ਜਾਂ ਫਿਰ ਮੇਰੇ ਸਾਹਮਣੇ ਵਾਪਰਿਆ। ਇਸੇ ਕਰਕੇ ਕਿਤਾਬ ਦਾ ਨਾਮ ਵੀ ਨੇੜਿਓਂ ਤੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਮ ਵੀ ਇਹਨਾਂ ਨੇ ਰੱਖਿਆ। ਔਰ ਜੇ ਤੁਸੀਂ ਕਿਤਾਬ ਪੜ੍ਹਨਾ ਚਾਹੋ ਤਾਂ ਕਿਤਾਬ ਪੜ੍ਹ ਸਕਦੇ ਹੋ, ਉਸ ਦੇ ਵਿੱਚ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਲਿਖੀਆਂ ਹੋਈਆਂ ਨੇ। ਇਹ ਕਿਤਾਬ ਮੁਫਤ ਹੈਗੀ ਹੈ। ਟੋਲ ਸਾਹਿਬ ਬਿਲਕੁਲ ਠੀਕ ਹੈ ਗੱਲ? ਹਾਂ ਬਿਲਕੁਲ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਟੋਲ ਸਾਹਿਬ। ਔਰ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।